ਦਿਓਲ ਦੇ ਵੱਲੋਂ ਖੁਦ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਚੋਣ ਨਹੀਂ ਲੜਨਗੇ। ਸਵਾਲ ਖੜੇ ਹੋਣ ਲੱਗੇ ਨੇ ਕਿ ਇਹ ਸਨੀ ਦਿਓਲ ਨੇ ਆਪਣੇ ਆਪ ਨਾ ਕੀਤੀ ਹੈ, ਆਪਣੇ ਪੈਰ ਆਪ ਪਛਾਣ ਖਿੱਚੇ ਨੇ, ਜਾਂ ਫਿਰ ਇਹ ਬੀਜੇਪੀ ਦਾ ਹੀ ਇਸ਼ਾਰਾ ਸੀ ਕਿ ਮੋਢਾ ਕਿਸੇ ਦਾ ਤੇ ਬੰਦੂਕ ਕਿਸੇ ਦੀ। ਸਨੀ ਦਿਓਲ ਨੇ ਨਾਨ ਸੀਰੀਅਸ ਪੋਲੀਟੀਸ਼ੀਅਨ ਵਾਂਗੂ ਕੰਮ ਕੀਤਾ ਹੈਗਾ। ਕੋਈ ਵੀ ਪੰਜਾਬ ਦੀ ਕੋਈ ਗੱਲ ਤਾਂ ਉਹਨਾਂ ਨੇ ਟੇਕ ਅਪ ਕੀਤੀ ਨਹੀਂ ਹੈ। ਉਹਨਾਂ ਨੇ ਸਿਰਫ ਵੱਧ ਤੋਂ ਵੱਧ ਥਾਰ ਕਢਾਉਣ, ਛੇਤੀ ਕਢਾਉਣ ਵਾਸਤੇ ਲੈਟਰਾਂ ਦਿੱਤੀਆਂ ਨੇ। ਬੀਜੇਪੀ ਦੀ ਆਪਣੀ ਕੈਂਪੇਨ 'ਚ ਸ਼ਾਮਿਲ ਨਹੀਂ ਹੋਏ, ਗ੍ਰਹਿ ਮੰਤਰੀ ਗਏ ਉੱਥੇ ਨਹੀਂ ਆਏ, ਪ੍ਰਧਾਨ ਮੰਤਰੀ ਪੰਜਾਬ ਗਏ ਉੱਥੇ ਨਹੀਂ ਆਏ। ਇਨ ਰਿਐਲਿਟੀ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਡੇ ਵਾਸਤੇ ਉਹ ਸਿਰਫ ਇੱਕ ਕੰਜ਼ਿਊਮਰ ਹੈ। ਜਾਣਬੁੱਝ ਕੇ ਟਾਈਮ ਜਿਹੜਾ ਗਦਰ 2 ਦਾ ਹੈ ਉਹ ਬਿਲਕੁਲ ਚੋਣਾਂ ਤੋਂ ਥੋੜੀ ਦੇਰ ਪਹਿਲਾਂ ਰੱਖਿਆ ਗਿਆ ਕਿ ਤੁਸੀਂ ਇਹ ਵੀ ਚੈੱਕ ਕਰ ਲਓ ਕਿ ਹੁਣ ਤੁਸੀਂ ਅਦਾਕਾਰੀ ਦੇ ਵਿੱਚ ਵੀ ਕਾਮਯਾਬ ਹੋ ਪਾਉਂਦੇ ਹੋ ਕਿ ਨਹੀਂ। ਜੇ ਤੁਹਾਡੀ ਗਦਰ ਫਲॉप ਹੋ ਜਾਂਦੀ ਤਾਂ ਸ਼ਾਇਦ ਤੁਸੀਂ ਇਹ ਕਹਿ ਦਿੰਦੇ ਕਿ ਨਹੀਂ, ਮੈਂ ਅਦਾਕਾਰੀ ਦੇ ਲਈ ਸ਼ਾਇਦ ਨਹੀਂ ਬਣਾ, ਮੈਂ ਸਿਆਸਤ ਦੇ ਲਈ ਬਣਿਆ। ਤੁਸੀਂ ਪੱਲਾ ਝਾੜ ਰਹੇ ਹੋ, ਮੇਰਾ ਇਹਦੇ ਵਾਸਤੇ ਬਣਿਆ ਨਹੀਂਗਾ। ਤੁਸੀਂ ਇੱਕ ਅਵੇਅਰ ਨਾਗਰਿਕ ਸਿਟੀਜ਼ਨ ਤਾਂ ਹੋ, ਬੇਸਿਕਸ ਰਾਈਟ ਐਂਡ ਰੋਂਗ ਦਾ ਪਤਾ ਹੀ ਹੈ ਵੀ ਜੇ ਸਰਕਾਰ ਗਲਤ ਫੈਸਲਾ ਲੈ ਰਹੀ ਹੈ ਤਾਂ ਉਸ ਨੂੰ ਕਰੈਕਟ ਕੀਤਾ ਜਾ ਸਕਦਾ। ਇੰਨੇ ਮੁੱਦੇ ਹੋਏ ਆ ਪਿਛਲੇ 5 ਸਾਲਾਂ 'ਚ, ਕਿਸਾਨੀ ਅੰਦੋਲਨ, ਕਿੰਨਾ ਕੁਝ ਹੋਇਆ ਹੈਗਾ ਜਿਹਦੇ ਤੇ ਕੁਝ ਵੀ ਨਹੀਂ ਬੋਲੇ। ਗਦਰ 2 ਦੀ ਇੱਕ ਬੰਪਰ ਕਾਮਯਾਬੀ ਤੋਂ ਬਾਅਦ ਸਨੀ ਦਿਓਲ ਦੀ ਅਦਾਕਾਰੀ ਦੀ ਤਾਂ ਇੱਕ ਪਾਸੇ ਸਾਰੇ ਚਰਚਾ ਫਿਰ ਤੋਂ ਕਰ ਰਹੇ ਸੀ, ਸਿਫਤ ਵੀ ਕਰ ਰਹੇ ਸੀ ਅਤੇ ਕਹਿ ਰਹੇ ਸੀ ਕਿ ਸਨੀ ਦਿਓਲ ਚੰਗੇ ਅਦਾਕਾਰ ਨੇ, ਇਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ, ਪਰ ਇੱਕ ਚੰਗੇ ਸਿਆਸਤਦਾਨ ਸਨੀ ਦਿਓਲ ਨਹੀਂ ਬਣ ਸਕੇ, ਜਿਸ ਕਰਕੇ ਸਵਾਲ ਉੱਠ ਰਿਹਾ ਸੀ ਕਿ ਹੁਣ ਬੀਜੇਪੀ ਉਹਨਾਂ ਨੂੰ ਦੁਬਾਰਾ ਸੀਟ ਦੇ ਲਈ ਟਿਕਟ ਦੇਵੇਗੀ ਜਾਂ ਨਹੀਂ। ਪਰ ਇਸ ਤੋਂ ਪਹਿਲਾਂ ਕਿ ਬੀਜੇਪੀ ਦੇ ਵੱਲੋਂ ਕੋਈ ਫੈਸਲਾ ਲਿਆ ਜਾਂਦਾ, ਸਨੀ ਦਿਓਲ ਦੇ ਵੱਲੋਂ ਖੁਦ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਚੋਣ ਨਹੀਂ ਲੜਨਗੇ। ਜੀ ਹਾਂ, ਸਨੀ ਦਿਓਲ ਨੇ ਆਪਣੀ ਸਿਆਸਤ ਤੋਂ ਤੌਬਾ ਕਰ ਦਿੱਤੀ ਹੈ, ਪਰ ਹੁਣ ਇਹ ਤੌਬਾ ਕੀਤੇ ਜਾਣ ਦੇ ਪਿੱਛੇ ਵੀ ਸਵਾਲ ਖੜੇ ਹੋਣ ਲੱਗੇ ਨੇ ਕਿ ਇਹ ਸਨੀ ਦਿਓਲ ਨੇ ਆਪਣੇ ਆਪ ਨਾ ਕੀਤੀ ਹੈ, ਆਪਣੇ ਪੈਰ ਆਪ ਪਛਾਣ ਖਿੱਚੇ ਨੇ, ਜਾਂ ਫਿਰ ਇਹ ਬੀਜੇਪੀ ਦਾ ਹੀ ਇਸ਼ਾਰਾ ਸੀ ਕਿ ਮੋਢਾ ਕਿਸੇ ਦਾ ਤੇ ਬੰਦੂਕ ਕਿਸੇ ਦੀ। ਪੰਜਾਬੀ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਅੰਮ੍ਰਿਤ ਫਿਰਦੀ ਤੇ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਗੱਲ ਕਰਾਂਗੇ ਸਨੀ ਦਿਓਲ ਦੀ ਸਿਆਸਤ ਤੋਂ ਕਿਨਾਰਾ ਕਰਨ ਵਾਲੇ ਐਲਾਨ ਦੀ। ਤੇ ਇਸ ਗੱਲਬਾਤ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਮੇਰੇ ਸਹਿਯੋਗੀ ਸ਼ੁਭਕਰਮਨ ਸਿੰਘ ਧਾਲੀਵਾਲ ਹਾਜ਼ਰ ਨੇ। ਤਾਂ ਸ਼ੁਭਕਰਮਨ, ਬਹੁਤ-ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਅੰਮ੍ਰਿਤ। ਤਾਂ ਸ਼ੁਭਕਰਮਨ, ਅਸੀਂ ਪਹਿਲਾਂ ਵੀ ਜਿੰਨੇ ਵਾਰ ਸਨੀ ਦਿਓਲ ਦੀ ਗੱਲ ਕੀਤੀ ਹੈ ਤੇ ਇਹੀ ਸਵਾਲ ਸੀ ਕਿ ਹੁਣ ਅੱਗੇ ਕੀ ਹੋਵੇਗਾ, ਬੀਜੇਪੀ ਦਾ ਕੀ ਐਕਸ਼ਨ ਹੋਵੇਗਾ। ਇਹ ਤਾਂ ਸਾਫ਼ ਤੌਰ ਤੇ ਲੱਗ ਰਿਹਾ ਸੀ ਕਿ ਬੀਜੇਪੀ ਦੁਬਾਰਾ ਸ਼ਾਇਦ ਇਦਾਂ ਦੀ ਗਲਤੀ ਨਹੀਂ ਕਰੇਗੀ ਕਿ ਸਨੀ ਦਿਓਲ ਨੂੰ ਦੁਬਾਰਾ ਉੱਥੋਂ ਹੀ ਟਿਕਟ ਦਿੱਤੀ ਜਾਵੇ ਜਿੱਥੇ ਉਹਨਾਂ ਨੇ ਪੈਰ ਤੱਕ ਨਹੀਂ ਪਾਏ, ਕਿਉਂਕਿ ਲੋਕਾਂ ਦੇ ਵਿੱਚ ਬੜਾ ਗੁੱਸਾ ਹੈ। ਪਰ ਉਹਨਾਂ ਨੇ ਆਪ ਹੀ ਐਲਾਨ ਕਰ ਦਿੱਤਾ ਹੈ ਕਿ ਮੈਂ ਤੌਬਾ ਕਰਤੀ ਹੈ। ਜਿਵੇਂ ਤੁਸੀਂ ਕਿਹਾ ਲੋਕਾਂ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ। ਹੁਣ ਇਹ ਵੀ ਦੇਖਣਾ ਹੋਊਗਾ ਵੀ ਲੋਕ ਆਪਣਾ ਗੁੱਸਾ ਕੱਢਦੇ ਕਿਵੇਂ ਨੇ, ਕਿਉਂਕਿ ਲੋਕਾਂ ਨੂੰ ਇਹ ਆਸ ਸੀ ਜੇ ਫਿਰ ਤੋਂ ਖੜੇ ਹੁੰਦੇ ਆ ਤਾਂ ਹਰਾਵਾਂਗੇ। ਪਹਿਲੀ ਗੱਲ ਤਾਂ ਸਭ ਤੋਂ ਵਧੀਆ ਜਿਹੜੀ ਇਸ ਚੀਜ਼ ਦੀ ਖੁਸ਼ੀ ਮਨਾਈ ਹੋਣੀ ਉਹ ਲੋਕਾਂ ਨੇ ਮਨਾਈ ਹੋਣੀ ਹੈ, ਪਰ ਨਾਲ ਲੋਕ ਇਹ ਵੀ ਸੋਚ ਰਹੇ ਹੋਣਗੇ ਵੀ ਅਸੀਂ ਹੁਣ ਫਿਰ ਜੇ ਸਬਕ ਸਿਖਾਉਣਾ ਸੀ ਜਾਂ ਦੱਸਣਾ ਸੀ ਉਹ ਕਿਵੇਂ ਕਰੀਏ। ਮੇਬੀ ਸਨੀ ਦਿਓਲ ਵਾਲਾ ਗੁੱਸਾ ਜਿਹੜਾ ਹੈ ਉਹ ਕੋਈ ਹੋਰ ਭਾਜਪਾ ਕੈਂਡੀਡੇਟ ਤੇ ਨਿਕਲ ਜੂਗਾ। ਇਸ ਗੱਲ ਦਾ ਵੀ ਪਾਰਟੀ ਨੂੰ ਖਿਆਲ ਰੱਖਣਾ, ਦੇਖਣਾ ਪਊਗਾ ਵੀ ਉਹ ਕਿਹੜਾ ਕੈਂਡੀਡੇਟ ਉੱਥੇ ਖੜਾਉਂਦੇ ਨੇ ਜਿਹਦੇ ਕਰਕੇ ਹਨਾ ਉਹ ਜਿੱਤ ਸਕਣ, ਕਿਉਂਕਿ ਹਮੇਸ਼ਾ ਉਹ ਭਾਜਪਾ ਵਾਸਤੇ ਇੱਕ ਵਿਨਿੰਗ ਸੀਟ ਰਹੀ ਹੈ। ਤੇ ਦੂਜੇ ਪਾਸੇ ਖੈਰ ਸਨੀ ਦਿਓਲ ਨੇ ਨਾਨ ਸੀਰੀਅਸ ਪੋਲੀਟੀਸ਼ੀਅਨ ਵਾਂਗੂ ਕੰਮ ਕੀਤਾ ਹੈਗਾ। ਕੋਈ ਉਹਨੇ ਸੀਰੀਅਸਨੈਸ ਨਹੀਂ ਸੀਗੀ, ਉਹਨਾਂ ਨੇ ਕੋਈ ਵੀ ਏਜੰਡਾ, ਕੋਈ ਵੀ ਪੰਜਾਬ ਦੀ ਕੋਈ ਗੱਲ ਤਾਂ ਉਹਨਾਂ ਨੇ ਟੇਕ ਅਪ ਕੀਤੀ ਨਹੀਂ ਹੈ। ਉਹਨਾਂ ਨੇ ਸਿਰਫ ਵੱਧ ਤੋਂ ਵੱਧ ਥਾਰ ਕਢਾਉਣ, ਛੇਤੀ ਕਢਾਉਣ ਵਾਸਤੇ ਲੈਟਰਾਂ ਦਿੱਤੀਆਂ ਨੇ, ਠੀਕ ਹੈ। ਉਸ ਤੋਂ ਇਲਾਵਾ ਕੋਈ ਵੀ ਇੰਨੇ ਮੁੱਦੇ ਹੋਏ ਆ ਪਿਛਲੇ 5 ਸਾਲਾਂ 'ਚ, ਕਿਸਾਨੀ ਅੰਦੋਲਨ, ਕਿੰਨਾ ਕੁਝ ਹੋਇਆ ਹੈਗਾ ਜਿਹਦੇ ਉੱਤੇ ਕੁਝ ਵੀ ਨਹੀਂ ਬੋਲੇ। ਬੀਜੇਪੀ ਦੀ ਆਪਣੀ ਕੈਂਪੇਨ 'ਚ ਸ਼ਾਮਿਲ ਨਹੀਂ ਹੋਏ, ਗ੍ਰਹਿ ਮੰਤਰੀ ਗਏ ਉੱਥੇ ਨਹੀਂ ਆਏ, ਪ੍ਰਧਾਨ ਮੰਤਰੀ ਪੰਜਾਬ ਗਏ ਉੱਥੇ ਨਹੀਂ ਆਏ। ਪਰ ਸ਼ੁਕਰਮਨ, ਬੜੀ ਹੈਰਾਨੀ ਹੁੰਦੀ ਹੈ, ਸ਼ਾਇਦ ਮੈਨੂੰ ਜਿੱਥੋਂ ਤੱਕ ਆਈਡੀਆ ਹੈ, ਮੈਨੂੰ ਤਾਂ ਲੱਗਦਾ ਕਿ ਉਹ ਇੱਕ ਵਾਰ ਵੀ ਨਹੀਂ ਪਹੁੰਚੇ। ਕਿ ਤੁਹਾਨੂੰ ਕੋਈ ਦਿਨ ਯਾਦ ਹੈ ਇਸ ਤਰ੍ਹਾਂ ਦਾ ਕਿ ਜਿੱਤਣ ਤੋਂ ਬਾਅਦ ਉਹ ਇੱਕ ਵਾਰ ਗਏ? ਇੱਕ ਅੱਧੀ ਵਾਰ ਗਏ ਹੋਣਗੇ। ਉਹ ਤੋਂ ਬਾਅਦ ਉਹਨਾਂ ਨੇ ਆਪਣੇ ਉੱਥੇ ਟੀਮ ਜੀ ਅਨਾਉਂਸ ਜੀ ਕੀਤੀ ਸੀਗੀ ਵੀ ਆਏ ਕਰਕੇ ਮੇਰੀ ਟੀਮਮੇਟ, ਹਾਂ ਟੀਮ ਹੋਊਗੀ। ਤੇ ਪਰ ਫਿਰ ਉਸ ਤੋਂ ਬਾਅਦ ਤਾਂ ਪੋਸਟਰ ਲੱਗਣੇ ਸ਼ੁਰੂ ਹੋ ਗਏ ਵੀ ਮਿਸਿੰਗ ਨੇ, ਹਨਾ। ਬਟ ਗੱਲ ਇਹ ਹੈ ਵੀ ਇਸ ਦੇ ਨਾਲ, ਜਿਵੇਂ ਆਪਾਂ ਪਹਿਲਾਂ ਵੀ ਆਪਣੇ ਸੈਗਮੈਂਟਸ 'ਚ ਗੱਲ ਕੀਤੀਆਂ ਨੇ ਬਾਰੀ-ਬਾਰੀ, ਇਹ ਕੋਈ ਉਹਨਾਂ ਦੀ ਲੈਗੇਸੀ ਵਾਸਤੇ ਕੋਈ ਬਹੁਤੀ ਵਧੀਆ ਗੱਲ ਨਹੀਂ ਹੋਈ ਹੈ। ਕਿਉਂਕਿ ਜੇ ਉਹ ਥੋੜਾ ਜਿਹਾ ਸੀਰੀਅਸਲੀ ਜਾਂ ਇਸ ਨੂੰ ਥੋੜੀ ਜਿਹੀ ਤਰਜੀਹ ਦਿੰਦੇ ਆਪਣੀ ਲਾਈਫ ਦੇ ਅੰਦਰ ਤਾਂ ਲੋਕਾਂ ਨੇ ਸ਼ਾਇਦ ਕੋਈ ਜਾਂ ਲੋਕਾਂ ਵਾਸਤੇ ਕੋਈ ਕੰਮ ਕਰ ਜਾਂਦੇ ਉਹ ਵਧੀਆ। ਉਹਨਾਂ ਕੋਲ ਮੌਕਾ ਸੀ, ਪਲੇਟਫਾਰਮ ਸੀ, ਕਿਉਂਕਿ ਇਨਫਲੂਐਂਸ ਉਹਨਾਂ ਦਾ ਬਾਲੀਵੁੱਡ ਰਾਹੀਂ ਤਾਂ ਹੈ ਹੀ ਹੈ। ਐਟ ਦ ਸੇਮ ਟਾਈਮ ਉਹਨਾਂ ਨੂੰ ਉਹਦੇ ਇਨਫਲੂਐਂਸ ਦੇ ਚੱਲਦੇ, ਪੋਪੂਲੈਰਿਟੀ ਦੇ ਚੱਲਦੇ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਉਹ ਲੋਕਾਂ ਦਾ ਕਿਉਂਕਿ ਉਹਨਾਂ ਕੋਲ ਐਕਸਪੋਜ਼ਰ ਜ਼ਿਆਦਾ ਹੈ, ਰਾਈਟ। ਕਾਮਨ ਜਿਹੜੇ ਪਿੰਡਾਂ ਵਾਲੇ ਲੋਕ ਆ ਉਹਨਾਂ ਦਾ ਜ਼ਿਆਦਾ ਐਕਸਪੋਜ਼ਰ ਹੈ। ਫਰਜ਼ ਕਰੋ ਉਦਾਹਰਨ ਪੱਖੋਂ ਇਹ ਲੈ ਲਓ, ਤੇ ਉਹਨਾਂ ਨੇ ਕੰਮ ਵੀ ਬਹੁਤ ਡਿਫਰੈਂਟ ਏਰੀਆ 'ਚ ਕੀਤਾ, ਤਾਂ ਵੀ ਲੋਕਾਂ ਨੂੰ ਇਹ ਆਸ ਸੀ ਵੀ ਸਾਡੇ ਮੁੱਦੇ ਚੰਗੀ ਤਰ੍ਹਾਂ ਰੱਖ ਪਾਊਗਾ ਤੇ ਨਾਲ ਧਰਮਿੰਦਰ ਦਾ ਨਾਮ ਜੁੜਦਾ, ਹਨਾ। ਤਾਂ ਇਹ ਵੀ ਆਸ ਸੀਗੀ, ਪਰ ਬੁਰੀ ਤਰ੍ਹਾਂ ਉਹ ਫੇਲ ਹੋਏ ਨੇ, ਠੀਕ ਹੈ। ਫੇਲ ਹੀ ਨਹੀਂ, ਉਹ ਪਿੱਟ ਗਏ ਨੇ।
ਜੇ ਉਹਨਾਂ ਦੀ ਇੱਕ ਪਾਸੇ ਅੱਜ ਮੂਵੀ ਦੀ ਸਕਸੈਸ ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ ਉਹ ਇਨ ਰਿਐਲਿਟੀ ਜਿਹੜੀ ਰਿਐਲਿਟੀ ਲੋਕਾਂ ਦੇ ਦਿਲਾਂ 'ਚ ਉਹ ਪਿਟ ਗਏ ਨੇ। ਉੱਥੇ ਲੋਕਾਂ ਦੇ ਵਾਸਤੇ ਕੋਈ ਗੁਰਦਾਸਪੁਰ ਦੇ ਲੋਕਾਂ ਖਾਸ ਤੌਰ ਤੇ ਗੱਲ ਕਰੀਏ, ਉਹਨਾਂ ਦੀ ਕੋਈ ਜਗ੍ਹਾ ਬਚੀ ਨਹੀਂ ਹੈ, ਉਹਨਾਂ ਦੇ ਦਿਲਾਂ 'ਚ ਕੋਈ ਥਾਂ ਨਹੀਂ ਹੈ। ਠੀਕ ਹੈ, ਤੁਸੀਂ ਮੂਵੀਜ਼ ਬਣਾਉਂਦੇ ਰਹੋਗੇ, ਲੋਕ ਫॉर ਐਂਟਰਟੇਨਮੈਂਟ ਜਾਣਗੇ ਹੀ, ਬਟ ਇਨ ਰਿਐਲਿਟੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਕਿਵੇਂ ਵਿਚਰਦੇ ਹੋ, ਕੀ ਤੁਹਾਡੀ ਸਿੰਸੈਰਿਟੀ ਹੈ ਲੋਕਾਂ ਨੂੰ ਲੈ ਕੇ। ਤੁਹਾਡੇ ਵਾਸਤੇ ਉਹ ਸਿਰਫ ਇੱਕ ਕੰਜ਼ਿਊਮਰ ਹੈ, ਤੁਸੀਂ ਉਹਨਾਂ ਨੂੰ ਪ੍ਰੋਡਕਟ ਦੇਣਾ ਹੈ ਤੇ ਉਹਨਾਂ ਨੇ ਤੁਹਾਡੀ ਮੂਵੀ ਦੇਖ ਆਉਣੀ ਹੈ ਤੇ ਤੁਸੀਂ ਉਸ ਚੀਜ਼ ਨੂੰ ਕਹੋਗੇ ਵੀ ਅਸੀਂ ਇੱਕ ਸੈਲੇਬ੍ਰਿਟੀ ਹਾਂ, ਅਸੀਂ ਫੈਨ ਹਾਂ। ਇਨ ਰਿਐਲਿਟੀ ਤੁਸੀਂ ਉਹਨਾਂ ਦੀ ਕੀ ਕਦਰ ਕਰਦੇ ਹੋ, ਕਿਵੇਂ ਉਹਨਾਂ ਨੂੰ ਤੁਸੀਂ ਦੇਖਦੇ ਹੋ ਲਾਈਫ ਦੇ ਅੰਦਰ, ਉਹ ਤੁਹਾਡੇ ਪੋਲੀਟੀਕਲ ਕਰੀਅਰ ਹੈ, ਬੜਾ ਸ਼ਾਰਟ ਹੈ ਬਟ ਉਹਦੇ 'ਚ ਹੀ ਸਭ ਕੁਝ ਕਲੀਅਰ ਹੋ ਗਿਆ। ਪਰ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਸਿਆਸਤ ਤੋਂ ਤੁਸੀਂ ਤੌਬਾ ਕਰ ਦਿੱਤੀ ਤਾਂ ਕੀ ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਰ ਦਿੱਤਾ ਕਿ ਤੁਸੀਂ ਇੰਨਾ ਕਹਿ ਦਿੱਤਾ ਕਿ ਹਾਂ ਵੀ ਮੈਨੂੰ ਲੱਗਾ ਕਿ ਨਹੀਂ ਮੈਂ ਅਦਾਕਾਰੀ ਜ਼ਿਆਦਾ ਬਿਹਤਰ ਕਰ ਸਕਦਾ ਵਾਂ, ਮੈਂ ਸਿਆਸਤ ਨਹੀਂ ਵਧੀਆ ਕਰ ਸਕਦਾ ਤਾਂ ਮੈਂ ਠੀਕ ਹੈ, ਸਿਆਸਤ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ। ਸ਼ੁਭਕਰਮਨ ਆਪਣੀ ਸਟੇਟਮੈਂਟ ਦੇ ਵਿੱਚ ਹੁਣ ਖੁਦ ਸਨੀ ਦਿਓਲ ਜਿਹੜੀ ਇੱਕ ਉਹਨਾਂ ਨੇ ਇੰਟਰਵਿਊ ਦਿੱਤੀ ਇੱਕ ਨਿੱਜੀ ਚੈਨਲ ਨੂੰ, ਉਹਦੇ ਵਿੱਚ ਕਹਿ ਰਹੇ ਨੇ, ਕਹਿੰਦੇ ਕਿ ਮੈਂ ਅਦਾਕਾਰੀ ਵਧੀਆ ਕਰ ਸਕਦਾ ਵਾਂ, ਮੈਂ ਅਦਾਕਾਰੀ ਦੇ ਨਾਲ ਦੇਸ਼ ਵਾਸੀਆਂ ਨੂੰ ਤੋਹਫਾ ਦੇ ਸਕਦਾ ਵਾਂ, ਮੈਨੂੰ ਲੱਗਦਾ ਕਿ ਮੈਂ ਸਿਆਸਤ ਦੇ ਵਿੱਚ ਵਧੀਆ ਰੋਲ ਨਹੀਂ ਅਦਾ ਕਰ ਸਕਦਾ। ਯਾਨੀ ਇਹ ਚੀਜ਼ ਰਿਅਲਾਈਜ਼ ਕਰਨ ਨੂੰ ਤੁਹਾਨੂੰ 5 ਸਾਲ ਲੱਗ ਗਏ, ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੀ ਟਰਮ ਖਤਮ ਹੋ ਗਈ। ਇਹ ਬਿਆਨ ਤੁਹਾਡਾ ਅੱਜ ਤੋਂ 2.5 ਸਾਲ ਪਹਿਲਾਂ ਕਿਉਂ ਨਹੀਂ ਆ ਗਿਆ? ਸੀਟ ਕਿਉਂ ਨਹੀਂ ਛੱਡ ਦਿੱਤੀ ਤੁਸੀਂ? ਨਹੀਂ, ਠੀਕ ਹੈ ਇਹ ਗੱਲ ਵੀ ਅਮਰਿਤ, ਇੱਕ ਪਾਸੋਂ ਜੇ ਦੇਖਿਆ ਜਾਵੇ ਹੋਲਿਸਟਿਕਲੀ ਠੀਕ ਹੈ, ਬੰਦੇ ਨੂੰ ਉਹਦੇ ਵਿੱਚ ਪੈ ਕੇ ਹੀ ਪਤਾ ਲੱਗਦਾ ਵੀ ਤੁਸੀਂ ਸਿਆਸਤ ਮੇਰੇ ਵਾਸਤੇ ਠੀਕ ਨਹੀਂ ਹੈਗੀ, ਮੈਂ ਫਿੱਟ ਨਹੀਂ ਪੈਂਦੀ। ਪਰ ਤੁਸੀਂ ਕੀਤੀ ਕੀ ਹੈ? ਤੁਸੀਂ ਕੀਤੀ ਨਹੀਂ। ਗੱਲ ਤਾਂ ਇਹ ਹੈ ਵੀ ਤੁਸੀਂ ਸਿਆਸਤ ਕਰੀ ਤਾਂ ਹੋਵੇ। ਹੁਣ ਜੇ ਕੋਈ ਕਹਦੇ ਵੀ ਬੈਕ ਬਿਹਾਈਂਡ ਦਾ ਸੀਨਸ ਬੈਕਡੋਰ ਮੈਂ ਬਹੁਤ ਲੌਬਿੰਗ ਕੀਤੀ, ਬੜਾ ਕੁਝ ਕੀਤਾ, ਵੀ ਮੈਂ ਆਹ ਪ੍ਰੋਜੈਕਟ ਲੈ ਕੇ ਆਉਣਾ ਸੀ, ਉਹ ਪ੍ਰੋਜੈਕਟ ਲੈ ਕੇ ਆਉਣਗੇ, ਅੱਜ ਕੱਲ ਦੇ ਟਾਈਮ 'ਚ ਉਸ ਦੀ ਕੋਈ ਜਗ੍ਹਾ ਰਹੀ ਨਹੀਂ ਹੈ। ਲੋਕ ਕਹਿੰਦੇ ਆ ਹਿਸਾਬ ਮੰਗਦੇ ਆ ਸਿੱਧਾ ਵੀ ਤੁਸੀਂ ਸਾਡੇ ਮੁੱਦੇ ਚੱਕੇ, ਕੀ ਤੁਸੀਂ ਮੌਕੇ ਤੇ ਬੋਲੇ? ਐਮਪੀ ਫੰਡ ਦਾ ਹਿਸਾਬ ਮੰਗਦੇ, ਬਿਲਕੁਲ ਹਰ ਇੱਕ ਚੀਜ਼ ਦਾ। ਤੇ ਲੋਕ ਸਿੱਧਾ ਕਹਿੰਦੇ ਵੀ ਆਹ ਸਾਡਾ ਮੁੱਦਾ ਹੈ, ਕਰੰਟ ਪ੍ਰੋਬਲਮ ਹੈ, ਤੁਸੀਂ ਦੱਸੋ ਇਹਦੇ 'ਚ ਕੁਝ ਜਵਾਬ ਦਿੱਤਾ, ਕੋਈ ਤੁਸੀਂ ਸਰਕਾਰ ਤੋਂ ਕੁਝ ਕਰਵਾ ਸਕੇ। ਲੋਕਾਂ ਪੋਲਿਟਿਕਸ ਦੇ ਅੰਦਰ ਚੁੱਪ ਦੀ ਕੋਈ ਥਾਂ ਨਹੀਂ ਹੈ। ਜੇ ਤੁਸੀਂ ਚੁੱਪ ਹੋ ਜਾਂਦੇ ਹੋ, ਉਹ ਵੈਕਿਊਮ ਕ੍ਰੀਏਟ ਹੋ ਜਾਂਦਾ ਹੈ, ਤੁਸੀਂ ਹੌਲੀ ਹੌਲੀ ਇਰੈਲੀਵੈਂਟ ਹੋ ਜਾਂਦੇ ਹੋ। ਠੀਕ ਹੈ, ਤੇ ਇਹ ਗੱਲ ਤਾਂ ਕਹਿਣੀ ਠੀਕ ਹੈ, ਜੇ ਬੰਦੇ ਨੇ ਸਿਆਸਤ ਕੀਤੀ ਨਹੀਂ ਫਿਰ ਤਾਂ ਸਮਝ ਆਉਂਦੀ, ਪਰ ਜਿਸ ਬੰਦੇ ਨੇ ਸਿਆਸਤ ਹੀ ਨਹੀਂ ਕੀਤੀ, ਨਾ ਉਹਨਾਂ ਨੇ ਕੋਈ ਇੱਥੇ ਕੋਈ ਮੁੱਦਾ ਚੱਕਿਆ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਤੁਸੀਂ ਪੱਲਾ ਝਾੜ ਰਹੇ ਹੋ ਵੀ ਮੈਂ ਇਹਦੇ ਵਾਸਤੇ ਬਣਿਆ ਨਹੀਂਗਾ। ਤੁਸੀਂ ਇੱਕ ਅਵੇਅਰ ਨਾਗਰਿਕ ਸਿਟੀਜ਼ਨ ਤਾਂ ਹੋ, ਤੁਸੀਂ ਦੁਨੀਆ ਘੁੰਮੇ ਹੋ, ਤੁਸੀਂ ਇੰਨੇ ਵੱਡੇ ਜਿਹੜਾ ਇੰਡਸਟਰੀ ਉਹਦੇ ਪਾਰਟ ਹੋ, ਤੁਹਾਨੂੰ ਬੇਸਿਕਸ ਰਾਈਟ ਐਂਡ ਰੋਂਗ ਤਾਂ ਪਤਾ ਹੀ ਹੈ ਵੀ ਜੇ ਸਰਕਾਰ ਗਲਤ ਫੈਸਲਾ ਲੈ ਰਹੀ ਹੈ ਤਾਂ ਉਸ ਨੂੰ ਕਰੈਕਟ ਕੀਤਾ ਜਾ ਸਕਦਾ ਹੈ। ਗੁਰਦਾਸਪੁਰ ਨਹੀਂ ਜਾ ਸਕਦੇ ਸੀ, ਪਾਰਲੀਮੈਂਟ ਤਾਂ ਵਿੱਚ ਹਾਜ਼ਰੀ ਪੂਰੀ ਪਾਰਲੀਮੈਂਟ ਹਾਜ਼ਰੀ ਪੂਰੀ ਕਰਦੇ, ਉੱਥੇ ਇਸ਼ੂਜ਼ ਰੇਜ਼ ਕਰਦੇ, ਕਿੰਨੇ ਹੀ ਇਸ਼ੂਜ਼ ਨੇ ਪੰਜਾਬ ਰਿਲੇਟਡ ਜਾਂ ਓਵਰਆਲ ਇੰਡੀਆ ਰਿਲੇਟਡ ਜਿਹੜੇ ਤੁਸੀਂ ਚੱਕ ਸਕਦੇ ਸੀਗੇ, ਬਟ ਤੁਸੀਂ ਉਸ ਦੇ ਕਿਤੇ ਵੀ ਕੋਈ ਸਟੈਂਡ ਨਹੀਂ ਲਿਆ, ਕੋਈ ਤੁਹਾਡਾ ਓਪੀਨੀਅਨ ਹੀ ਨਹੀਂ ਦਿਸਿਆ ਕਿਸੇ ਨੂੰ। ਤੁਸੀਂ ਬਹੁਤ ਹੀ ਨਾਨ ਸੀਰੀਅਸ ਤਰੀਕੇ ਨਾਲ ਇਸ ਚੀਜ਼ ਨੂੰ ਲਿਆ ਗਿਆ। ਇੰਨੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਇਨਫੈਕਟ ਤੁਸੀਂ ਇੱਕ ਪਰਮਨੈਂਟ ਇੰਪ੍ਰੈਸ਼ਨ ਕ੍ਰੀਏਟ ਕੀਤਾ ਲੋਕਾਂ ਦੇ ਮਨਾਂ 'ਚ। ਫਰਜ਼ ਕਰੋ ਕੱਲ ਨੂੰ ਕੋਈ ਕਲਾਕਾਰ ਹੈ, ਉਹ ਜ਼ਿੰਮੇਵਾਰ ਹੈ, ਉਹ ਕਰਨਾ ਚਾਹੁੰਦਾ ਹੈ ਕੁਝ, ਉਹਨਾਂ ਵਾਸਤੇ ਦੁੱਗਣਾ ਤਿੱਗਣਾ ਚੌਗੁਣਾ ਔਖਾ ਰਾਹ ਹੋ ਗਿਆਗਾ, ਲੋਕਾਂ ਨੇ ਸੀਰੀਅਸਲੀ ਲੈਣਾ ਹੀ ਨਹੀਂ। ਔਰ ਤੁਸੀਂ ਤਾਂ ਜਿੱਤੇ ਵੀ ਹੋ, ਤੁਸੀਂ ਜਿਹੜਾ ਪੰਜਾਬ ਦਾ ਸਭ ਤੋਂ ਸੈਂਸਿਟਿਵ ਏਰੀਆ ਸਰਹੱਦੀ ਸੂਬੇ ਦਾ ਕਿਹਾ ਜਾਂਦਾ ਹੈ ਜੀ, ਉਹੀ ਗੱਲ। ਨਾਲੇ ਸਿੱਧੂ ਮੂਸੇਵਾਲੇ ਨੂੰ ਬਾਰੀ-ਬਾਰੀ ਇਹੀ ਕੁਐਸਚਨ ਹੁੰਦਾ ਰਿਹਾ ਵੀ ਤੁਸੀਂ ਤਾਂ ਕਲਾਕਾਰ ਹੋ, ਤੁਸੀਂ ਨਾਨ ਸੀਰੀਅਸ ਹੋ। ਉਹ ਬੰਦਾ ਆਪਣੇ ਪਿੰਡ 'ਚ ਬੈਠਾ ਸੀਗਾ, ਸ਼ਾਇਦ ਕੁਝ ਕਰ ਵੀ ਜਾਂਦਾ, ਉਹ ਆਲਰੇਡੀ ਕਰ ਵੀ ਰਿਹਾ ਸੀ, ਹੋਰ ਵੀ ਉਹ ਕਰ ਜਾਂਦਾ, ਇੱਕ ਵਿਜ਼ਨ ਤਾਂ ਲੈ ਕੇ ਚੱਲ ਰਿਹਾ ਸੀ ਨਾ ਆਪਣੇ ਪਿੰਡ 'ਚ, ਤਾਂ ਹੀ ਉੱਥੇ ਬੈਠਾ ਸੀਗਾ, ਰਾਈਟ। ਉਹਨੂੰ ਕੁਐਸਚਨ ਹੋਈ ਗਿਆ ਤੇ ਉਹ ਬਾਰੀ-ਬਾਰੀ ਸਪਸ਼ਟੀਕਰਨ ਦਿੰਦਾ ਗਿਆ। ਤਾਂ ਇਹ ਗੱਲ ਕਹਿ ਦੇਣੀ ਮੈਂ ਸਿਆਸਤ ਵਾਸਤੇ ਬਣਿਆ ਨਹੀਂ, ਮੇਰੇ ਖਿਆਲ ਉਹ ਬਹੁਤ ਇਗਨੋਰੈਂਸ 'ਚ ਜੀ ਰਹੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੇ ਕਿੰਨੇ ਚੰਗੇ ਜਿਹੜੇ ਬੰਦੇ ਜੈਨੂਇਨਲੀ ਕੁਝ ਕਰਨਾ ਚਾਹੁੰਦੇ ਆ ਕਿ ਲੋਕਾਂ ਵਾਸਤੇ, ਉਹਨਾਂ ਦੇ ਰਾਹ ਬੰਦ ਕਰ ਦਿੱਤੇ ਨੇ, ਕਿਉਂਕਿ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਹੈਗਾ, ਕਿਉਂਕਿ ਇੰਨਾ ਬੈਡ ਐਕਸਪੀਰੀਅੰਸ ਹੋ ਗਿਆ ਹੈਗਾ। ਤਾਂ ਲੋਕ ਸਿੱਧਾ ਇੱਕ ਉਦਾਹਰਨ ਖੜਾ ਕਰ ਦੇਣਗੇ ਵੀ ਸਨੀ ਦਿਓਲ ਜਾਂ ਕੋਈ ਹੋਰ XYZ ਦਾ ਉਦਾਹਰਨ ਖੜਾ ਹੋ ਜਾਊਗਾ, ਤੇ ਇਸ ਦੇ ਇਹ ਬਹੁਤ ਮਾੜਾ ਪ੍ਰੈਸੀਡੈਂਟ ਹੈ। ਤੇ ਮੈਨੂੰ ਲੱਗਦਾ ਸਨੀ ਦਿਓਲ ਪੂਰੀ ਇਗਨੋਰੈਂਸ ਜੀ ਰਿਹਾ ਵੀ ਉਹਨਾਂ ਕੋਲ ਇੰਨੀ ਵੱਡੀ ਓਪਰਚੁਨਿਟੀ ਸੀ, ਉਹਨਾਂ ਨੇ ਇਹ ਚੀਜ਼ ਪਲੇਟਫਾਰਮ ਸੀ ਜਿਸ ਵਿਨੋਦ ਖੰਨਾ ਨੇ ਇੱਕ ਸੈੱਟ ਕੀਤੀ ਸੀ ਐਗਜ਼ਾਮਪਲ ਕਿ ਅਦਾਕਾਰ ਵੀ ਚੰਗੇ ਸਿਆਸਤਦਾਨ ਬਣ ਸਕਦੇ ਨੇ, ਸਨੀ ਦਿਓਲ ਨੂੰ ਬਿਲਕੁਲ ਖਤਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਬਿਲਕੁਲ, ਇੱਕ ਸਟੇਟਸ ਸਿੰਬਲ ਤੋਂ ਇਲਾਵਾ ਉਹਨਾਂ ਨੇ ਇਹ ਜ਼ਾਹਿਰ ਕੀਤਾ ਵੀ ਇੱਕ MP ਦਾ ਸਟੇਟਸ ਹੈ, ਮੈਂ MP ਹਾਂ, ਮੇਰਾ ਗਨਮੈਨ ਆ, ਵਾਟਐਵਰ। ਉਸ ਤੋਂ ਇਲਾਵਾ ਉਹਨਾਂ ਨੇ ਉੱਥੇ ਤੱਕ ਸੀਮਿਤ ਰਹੇ, ਉਹ ਜਿਹੜੀ ਇੱਕ ਬੜੀ ਛੋਟੀ ਜੀ ਗੱਲ ਹੁੰਦੀ ਹੈ, ਛੋਟੀ ਜੀ ਸੋਚ ਹੁੰਦੀ ਹੈ, ਇੰਨਾ ਵੱਡੀ ਹੋਰ ਕਿੰਨਾ ਕੁਝ ਹੋ ਸਕਦਾ, ਉਹਨਾਂ ਨੇ ਉਹਨਾਂ ਵੱਲ ਬਿਲਕੁਲ ਵੀ
ਧਿਆਨ ਨਹੀਂ ਦਿੱਤਾਗਾ। ਤੇ ਹੁਣ ਟਾਈਮਿੰਗ ਦੇ ਉੱਪਰ ਬੜੇ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਇਹ ਗਦਰ 2 ਜਿਹੜੀ ਆਈ ਆ, ਆਲਦੋ ਫਿਲਮ ਦੀ ਬੜੀ ਦੇਰ ਤੋਂ ਜਿਹੜੀ ਹੈ ਸ਼ੂਟਿੰਗ ਚੱਲ ਰਹੀ ਸੀ, ਫਿਲਮਾਂ ਨੂੰ ਸਮਾਂ ਵੀ ਬਹੁਤ ਲੱਗ ਜਾਂਦਾ ਹੈ, ਕੋਵਿਡ ਕਰਕੇ ਕਈ ਫਿਲਮਾਂ ਬਹੁਤ ਡਿਲੇ ਹੋ ਗਈਆਂ, ਸਾਲਾਂ ਦੀ ਸ਼ੂਟਿੰਗ ਚੱਲੀ। ਇਹ ਵੀ ਸਵਾਲ ਲੋਕਾਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਕਿ ਜਾਣਬੁੱਝ ਕੇ ਟਾਈਮ ਜਿਹੜਾ ਗਦਰ 2 ਦਾ ਹੈ ਉਹ ਬਿਲਕੁਲ ਚੋਣਾਂ ਤੋਂ ਥੋੜੀ ਦੇਰ ਪਹਿਲਾਂ ਰੱਖਿਆ ਗਿਆ ਕਿ ਤੁਸੀਂ ਇਹ ਵੀ ਚੈੱਕ ਕਰ ਲਓ ਕਿ ਹੁਣ ਤੁਸੀਂ ਅਦਾਕਾਰੀ ਦੇ ਵਿੱਚ ਵੀ ਕਾਮਯਾਬ ਹੋ ਪਾਉਂਦੇ ਹੋ ਕਿ ਨਹੀਂ। ਜੇ ਤੁਹਾਡੀ ਗਦਰ ਫਲॉप ਹੋ ਜਾਂਦੀ ਤਾਂ ਸ਼ਾਇਦ ਤੁਸੀਂ ਇਹ ਕਹਿ ਦਿੰਦੇ ਕਿ ਨਹੀਂ, ਮੈਂ ਅਦਾਕਾਰੀ ਦੇ ਲਈ ਸ਼ਾਇਦ ਨਹੀਂ ਬਣਾ, ਮੈਂ ਸਿਆਸਤ ਦੇ ਲਈ ਬਣਿਆ। ਦੂਜੀ ਗੱਲ ਸ਼ੁਕਰਮਨ ਜਿਹੜੀ ਸਾਹਮਣੇ ਆ ਰਹੀ ਹੈ, ਜਿਹੜੀ ਚਰਚਾਵਾਂ ਜਿਹੜੀਆਂ ਇਸ ਵੇਲੇ ਬਾਜ਼ਾਰ ਦੇ ਵਿੱਚ ਗਰਮ ਹੋਈਆਂ ਨੇ ਕਿ 2 ਦਿਨ ਪਹਿਲਾਂ ਤੱਕ ਸਨੀ ਦਿਓਲ ਦਾ ਬੰਗਲਾ ਜੂਹੂ ਵਾਲਾ ਕਰੋੜਾਂ ਦਾ ਬੰਗਲਾ ਸੇਲ ਤੇ ਲੱਗ ਗਿਆ ਸੀ। ਬੈਂਕ ਨੇ ਕਹਿ ਦਿੱਤਾ ਸੀ ਕਿ ਅਸੀਂ ਇਹਦੀ ਨਿਲਾਮੀ ਕਰਾਂਗੇ ਕਿਉਂਕਿ ਸਾਡਾ ਲੋਨ ਨਹੀਂ ਦਿੱਤਾ। ਅੱਜ ਬੈਂਕ ਕਹਿ ਰਹੀ ਹੈ ਕਿ ਨਹੀਂ, ਕੋਈ ਟੈਕਨੀਕਲ ਇਸ਼ੂ ਸੀ, ਉਹ ਬੰਗਲਾ ਜਿਹੜਾ ਹੁਣ ਨਿਲਾਮ ਨਹੀਂ ਕੀਤਾ ਜਾਵੇਗਾ। ਦੇਖੋ, ਭਾਜਪਾ ਦੀ ਸਰਕਾਰ ਹੈ ਉੱਥੇ ਮਹਾਰਾਸ਼ਟਰ ਦੇ ਅੰਦਰ, ਠੀਕ ਹੈ, ਉਹਨਾਂ ਦੀ ਸਰਕਾਰ ਹੈ, ਉਹਨਾਂ ਦਾ ਹੱਥ ਪੈਂਦਾ ਭਾਜਪਾ ਦੇ ਅੰਦਰ, ਸੈਂਟਰ 'ਚ ਪੈਂਦਾ ਹੈ ਤਾਂ ਸੂਬੇ 'ਚ ਤਾਂ ਪੈਂਦਾ ਹੀ ਪੈਂਦਾ ਹੋਊਗਾ। ਤਾਂ ਇਹ ਜਿਹੜੇ ਬੈਂਕ ਬੁੰਕ ਹੁੰਦੇ ਆ ਇਹ ਤਾਂ ਮੈਨੀਪੂਲੇਟ ਹੋ ਜਾਂਦੇ ਸਰਕਾਰਾਂ ਦੇ ਸਿਰ ਤੇ। ਆਪਾਂ ਆਲਰੇਡੀ ਦੇਖ ਚੁੱਕੇ ਹਾਂ ਵੱਡੇ ਜਿਹੜੇ ਬਿਜ਼ਨਸਮੈਨ ਨੇ ਬੈਂਕਾਂ ਤੋਂ ਕਰਜ਼ਾ ਲੈ ਕੇ ਉਹ ਭੱਜ ਗਏ ਨੇ, ਤਾਂ ਜਿਹੜੇ ਹਜੇ ਵੀ ਹੈਗੇ ਉਹਨਾਂ ਕੋਲ ਕਿੰਨਾ ਹੀ ਹਜ਼ਾਰ ਕਰੋੜਾ ਕਰਜ਼ਾ, ਠੀਕ ਹੈ, ਤੇ ਉਹ ਵੀ ਮਾਫ ਕਰ ਦਿੰਦੇ ਆ, ਹਨਾ। ਲੋਕਾਂ ਨੂੰ ਤਾਂ ਜੇ ਮਾੜੀ ਜਿਹੀ ਇੱਕ ਕਿਸ਼ਤ ਵੀ ਟੁੱਟ ਜੇ, ਲੋਕਾਂ ਦੇ ਤਾਂ ਘਰ ਤੱਕ ਗਲਾਂ ਤੱਕ ਜਾਂਦੇ ਆ ਬੈਂਕ ਵਾਲੇ ਜਾਂ ਹੋਰ ਵੀ ਸਾਰੇ ਥਾਵੇਂ ਵੀ ਅਸੀਂ ਕਿਵੇਂ ਨਾ ਕਿਸੇ ਉਹ 500 ਰੁਪਈਆ ਵੀ ਕਢਾ ਲਈਏ। ਜਿਨ੍ਹਾਂ ਦੇ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਹੈ ਉਹਦੇ ਕੋਈ ਪੁੱਛ ਗਿੱਛ ਹੀ ਨਹੀਂ ਹੈ, ਠੀਕ ਹੈ। ਮਾੜਾ ਮੋਟਾ ਖਾਣਾ ਪੂਰਤੀ ਵਾਸਤੇ ਕਦੇ ਕੋਈ ਈਡੀ ਭੇਜ ਦਿੰਦਾ ਹੈ, ਕਦੇ ਕੋਈ ਸੀਬੀਆਈ ਭੇਜ ਦਿੰਦਾ ਹੈ। ਇਹ ਸਰਕਾਰਾਂ ਦੇ ਇੱਕ ਤਰ੍ਹਾਂ ਤੋਂ ਬਸ ਟਾਈਮ ਪਾਉਣ ਤੇ ਉਹ ਸਾਰੀਆਂ ਗੱਲਾਂ ਦੇ ਉੱਤੇ ਦਿਖਾਉਣ ਨੂੰ ਵੀ ਅਸੀਂ ਕੁਝ ਕਰ ਰਹੇ ਹਾਂ, ਉਹ ਗੱਲਾਂ ਹੁੰਦੀਆਂ ਨੇ। ਬਟ ਇਨ ਰਿਐਲਿਟੀ ਵੀ ਨੋ ਵੀ ਸਿਸਟਮ ਜਿਹੜਾ ਉਹ ਮੈਨੀਪੂਲੇਟ ਹੋ ਸਕਦਾ ਹੈ ਤੇ ਲੋਕ ਜਿਹੜੇ ਕਰ ਸਕਦੇ ਨੇ ਉਹ ਕਰਦੇ ਨੇ, ਉਹ ਸ਼ਰੇਆਮ ਕਰਦੇ ਨੇ ਇੰਡੀਆ ਦੇ ਅੰਦਰ, ਇਹ 'ਚ ਕੋਈ ਦੋ ਰਾਏ ਹੈ ਨਹੀਂ। ਤਾਂ ਉਹ ਇੱਕ ਇਨਫਲੂਐਂਸ ਉਹਨਾਂ ਦਾ ਹੈਗਾ, ਉਹਨਾਂ ਬੈਕਗ੍ਰਾਉਂਡ ਵੀ ਹੁਣ ਤਾਂ ਵੈਸੇ ਸਰਕਾਰ 'ਚ ਹੀ ਨੇ ਉਹ, ਠੀਕ ਹੈ, ਤਾਂ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ ਕਰਨਾ। ਤਾਂ ਸਿੱਧੇ ਤੌਰ ਤੇ ਹੁਣ ਲੋਕਾਂ ਦੇ ਵੱਲੋਂ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਕੀ ਬੰਗਲੇ ਦੀ ਸੈਟਲਮੈਂਟ ਕਰਕੇ ਆਪ ਜਿਹੜੀ ਸੀਟ ਦੀ ਕੁਰਬਾਨੀ ਸਨੀ ਦਿਓਲ ਦੇ ਕੋਲੋਂ ਦਵਾਈ ਗਈ ਹੈ ਕਿ ਤੁਸੀਂ ਸੀਟ ਆਪਣੇ ਮੂੰਹ ਕਹਿ ਦੋ ਕਿ ਅਸੀਂ ਛੱਡ ਰਹੇ ਹਾਂ, ਅਸੀਂ ਤੁਹਾਡਾ ਬੰਗਲਾ ਛੱਡ ਦੇਵਾਂਗੇ। ਖੈਰ ਉਹ ਚਰਚਾਵਾਂ ਨੇ ਜਿਹੜੀਆਂ ਬਾਜ਼ਾਰ ਦੇ ਵਿੱਚ ਚੱਲ ਰਹੀਆਂ ਨੇ, ਪਰ ਹਾਂ ਸਨੀ ਦਿਓਲ ਦੇ ਉੱਪਰ ਜਿਹੜਾ ਲੋਕਾਂ ਦਾ ਗੁੱਸਾ ਸੀ ਉਹ ਇਸ ਵੇਲੇ ਲੋਕ ਰਾਹਤ ਵੀ ਮਹਿਸੂਸ ਕਰ ਰਹੇ ਨੇ ਕਿ ਚਲੋ ਚੰਗੀ ਗੱਲ ਹੈ, ਆਪਣੇ ਆਪ ਹੀ ਸਨੀ ਦਿਓਲ ਸਿਆਸਤ ਤੋਂ ਤੌਬਾ ਕਰ ਗਏ ਨੇ। ਪਰ ਜਿਵੇਂ ਸ਼ੁਕਰਮਨ ਨੇ ਕਿਹਾ ਕਿ ਇਸ ਦਾ ਖਾਮਿਆਜ਼ਾ ਹੁਣ ਅਗਲੇ ਕੈਂਡੀਡੇਟ ਨੂੰ ਭੁਗਤਣਾ ਪੈ ਸਕਦਾ ਹੈ। ਉਹ ਕੈਂਡੀਡੇਟ ਜਿਹੜਾ ਬੜੀ ਦੇਰ ਤੋਂ ਸ਼ਾਇਦ ਅਸਲ ਦੇ ਵਿੱਚ ਹੀ ਲੋਕਾਂ ਦੀ ਸੇਵਾ ਕਰ ਰਿਹਾ ਹੋਵੇ, ਪਰ ਉਸ ਨੂੰ ਸਨੀ ਦਿਓਲ ਦੀਆਂ ਗਲਤੀਆਂ ਦਾ ਖਾਮਿਆਜ਼ਾ ਜਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇ। ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਬੀਜੇਪੀ ਦੇ ਉੱਪਰ ਹੈ ਕਿ ਬੀਜੇਪੀ ਸਿਆਸਤ ਦੇ ਵਿੱਚ ਕੋਈ ਪੈਰਾਸ਼ੂਟ ਕੈਂਡੀਡੇਟ ਲੈ ਕੇ ਆਉਂਦੀ ਹੈ ਜਾਂ ਕੋਈ ਗਰਾਊਂਡ ਦਾ ਕੈਂਡੀਡੇਟ ਚੁਣਦੀ ਹੈ। ਸ਼ੁਕਰਮਨ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਅਮਰਿਤ। ਧੰਨਵਾਦ।